ਤਾਂ ਵੱਧਦੇ ਹਾਂ ਜੀ ਆਪਾਂ ਅਗਲੇ ਮੁੱਦੇ ਵੱਲ। ਅਦੀਪ ਜੀ, ਜੋ ਦੇਸ਼ ਦੇ ਜੋ ਵੱਡੇ ਨੇਤਾ ਹਨ ਭਾਜਪਾ ਦੇ, ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹਨ। ਉਹਨਾਂ ਦੇ ਬਿਆਨ ਕਾਫੀ ਚਰਚਾ ਦੇ ਹਨ ਕਿ ਜੋ ਕੇਂਦਰੀ ਜੋ ਲੀਡਰਸ਼ਿਪ ਹੈ, ਚਾਹੇ ਪ੍ਰਧਾਨ JP ਨੱਡਾ ਜੀ ਹਨ ਜਾਂ ਪ੍ਰਧਾਨ ਮੰਤਰੀ ਮੋਦੀ ਜੀ ਹਨ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਧਰਨੇ ਚੱਲ ਰਹੇ ਹਨ ਪੰਜਾਬ ਹਰਿਆਣਾ ਵਿੱਚ, ਉਹ ਕਿਸਾਨ ਨਹੀਂ ਹਨ, ਉਹ ਕੋਈ ਕਿਸਾਨ ਹੀ ਆ ਜੋ ਆਮ ਲੋਕ ਹਨ, ਉਹ ਨਹੀਂ ਹਨ, ਉਹ ਦੂਜੀਆਂ ਜੋ ਵਿਚੋਲੀਏ ਹਨ ਉਹ ਹਨ ਜਾਂ ਵਿਰੋਧੀ ਪਾਰਟੀਆਂ ਹਨ। ਪ੍ਰਧਾਨ ਮੰਤਰੀ ਨੇ ਵੀ ਕਹਿ ਦਿੱਤਾ ਕਿ ਚਾਹੇ 370 ਦਾ ਮੁੱਦਾ ਹੈ ਜਾਂ ਇਹ ਕਿਸਾਨ ਬਿੱਲਾਂ ਦਾ, ਇਹ ਵਾਪਸ ਨਹੀਂ ਲਏ ਜਾਣਗੇ। ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ? ਦੇਖੋ ਜੋ ਬੰਦੀ, ਜਿਹੜਾ ਵਿਚੋਲੀਆ ਸ਼ਬਦ ਆ ਨਾ, ਇਹਦੇ ਨਾਲ ਭਾਜਪਾ ਦੀ ਲੀਡਰਸ਼ਿਪ ਦਾ ਮੋਹ ਬਹੁਤ ਜ਼ਿਆਦਾ ਜੀ ਬਿਲਕੁਲ। ਮੈਨੂੰ ਲੱਗਦਾ ਕਿ ਵਿਚੋਲੀਆ ਸ਼ਬਦ ਦੇ ਨਾਲ ਇੰਨਾ ਪਿਆਰ ਹੈ ਕਿ ਲਗਾਤਾਰ ਵਿਚੋਲੀਆ ਸ਼ਬਦ ਜਿਹੜਾ ਰਟਿਆ ਜਾ ਰਿਹਾ ਹੈ। ਕਿਉਂਕਿ ਜੇ ਕਰਨਾਟਕਾ ਦੇ ਵਿੱਚ ਸਰਕਾਰ ਤੋੜਨੀ ਸੀ ਤਾਂ ਲੱਭੋ ਵਿਚੋਲੀਆ ਜੀ, ਜੇ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਤੋੜਨੀ ਸੀ ਤਾਂ ਲੱਭੋ ਸਿੰਧੀਆ ਸਾਹਿਬ ਵਿਚੋਲੀਆ, ਤੇ ਰਾਜਸਥਾਨ ਦੇ ਵਿੱਚ ਜੇ ਸਰਕਾਰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਸਚਿਨ ਪਾਇਲਟ ਲੱਭੋ ਵਿਚੋਲੀਆ। ਤਾਂ ਹੁਣ ਜੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਹਿਲਾਉਣੀ ਹੈ ਤਾਂ ਉਹਦੇ ਲਈ ਵਿਚੋਲੀਏ ਦੀ ਭਾਲ ਹੈ ਜੀ। ਤਾਂ ਵਿਚੋਲੀਆ ਸ਼ਬਦ ਦੀ ਵਰਤੋਂ ਭਾਜਪਾ ਲੀਡਰਸ਼ਿਪ ਇੰਨਾ ਕਿ ਜ਼ਿਆਦਾ ਕਰ ਚੁੱਕੀ ਹੈ ਮੇਰੇ ਹਿਸਾਬ ਦੇ ਨਾਲ ਕਿ ਉਹਨਾਂ ਨੂੰ ਪਿਆਰ ਬਹੁਤ ਵਿਚੋਲੀਆ ਸ਼ਬਦ ਦੇ ਨਾਲ। ਤੇ ਇਸ ਕਰਕੇ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾਗਾ ਤੇ ਉਸ ਅੰਦੋਲਨ ਦੇ ਵਿੱਚ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਸੁਣਨੀ, ਠੀਕ ਹੈ, ਤੇ ਜਿਹੜੇ ਛੋਟੇ ਲੀਡਰਸ਼ਿਪ ਹੁੰਦੀ ਆ ਥੱਲੇ, ਜਿਨ੍ਹਾਂ ਦੇ ਲਈ ਕਿ ਬਹੁਤ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ, ਆਪਾਂ ਨਹੀਂ ਵਰਤ ਸਕਦੇ, ਤਾਂ ਉਹ ਲੀਡਰਸ਼ਿਪ ਤਾਂ ਬਿਆਨਬਾਜ਼ੀ ਕਰੇ। ਪਰ ਭਾਜਪਾ ਦਾ ਕੌਮੀ ਪ੍ਰਧਾਨ, ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਕਿਸਾਨਾਂ ਨੂੰ ਵਿਚੋਲੀਆ ਕਹਿੰਦਾਗਾ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਿਸਾਨ ਮਜ਼ਦੂਰ ਦਾ ਦਰਦ ਉਹਨਾਂ ਦੇ ਅੰਦਰ ਕਿੰਨਾ ਕਾ। ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਵਿਚੋਲੀਏ ਸੜਕਾਂ ਤੇ ਨਹੀਂ ਨੇ। ਠੀਕ ਹੈ, ਜਿਹੜੇ ਆੜ੍ਹਤੀਏ ਨੇ ਉਹਨਾਂ ਵੱਲੋਂ ਕਿਸਾਨਾਂ ਦੇ ਪ੍ਰੋਟੈਸਟਾਂ ਨੂੰ ਸਮਰਥਨ ਦਿੱਤਾ ਜਾ ਰਿਹਾ, ਪਰ ਕਿਸਾਨ ਜਿਹੜਾ ਹੈ ਉਹ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ, ਆਪਣਾ ਜਿਹੜਾ ਮੰਡੀਕਰਨ ਸਿਸਟਮ ਆ ਉਹਨੂੰ ਬਚਾਉਣ ਦੇ ਲਈ ਉਹ ਸੜਕਾਂ ਤੇ ਉਤਰਿਆ ਹੋਇਆ, ਪਰਿਵਾਰਾਂ ਸਮੇਤ, ਬੱਚਿਆਂ ਸਮੇਤ। ਉਹਨਾਂ ਨੂੰ ਜਿਹੜੇ ਹੈ 2-2 ਮਹੀਨੇ ਹੋ ਗਏ ਟੋਲ ਪਲਾਜ਼ਿਆਂ ਤੇ ਬੈਠਿਆਂ ਨੂੰ, ਕਿ ਪੰਜਾਬ ਦੀਆਂ ਸੜਕਾਂ ਤੇ ਸੰਘਰਸ਼ ਕਰਦਿਆਂ ਨੂੰ, ਕਾਰਪੋਰੇਟ ਘਰਾਣਿਆਂ ਦਾ ਘਰਾਓ ਕਰਦਿਆਂ ਨੂੰ, ਤੇ ਉਹਨਾਂ ਦੀ ਗੱਲ ਸੁਣਨ ਦੀ ਥਾਂ ਤੇ ਉਹਨਾਂ ਦੇ ਦਰਦਾਂ ਨੂੰ, ਜ਼ਖਮਾਂ ਨੂੰ ਖਰੀਦਣਾ ਵਿਚੋਲੀਏ ਕਹਿ ਕੇ। ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਕਿਸੇ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਤੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਜਿਹੜਾ ਹੈਗਾ ਉਹ ਨਹੀਂ ਦਿੰਦਾ। ਬਲਕਿ ਚਾਹੀਦਾ ਤਾਂ ਇਹ ਸੀ ਕੇਂਦਰ ਸਰਕਾਰ ਨੂੰ ਕਿ ਜਿਹੜੇ ਕਿਸਾਨ ਨੁਮਾਇੰਦੇ ਨੇ ਉਹਨਾਂ ਦੀ ਸਦਕੇ ਗੱਲ ਸੁਣੀ ਜਾਂਦੀ, ਕਿਉਂਕਿ ਉਹ ਵੀ ਇਸ ਮੁਲਕ ਦੇ ਵਸਿੰਦੇ ਨੇ। ਜਦੋਂ ਇਸ ਮੁਲਕ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਕਿ ਇੱਕ ਡੰਗ ਭੁੱਖੇ ਸੋਇਆ ਕਰੋ, ਤੇ ਲਾਲ ਜੀ ਕਣਕ ਜਿਹੜੀ ਅਮਰੀਕਾ ਤੋਂ ਮੰਗਾਈ ਜਾਂਦੀ ਸੀ, ਉਹ ਵੀ ਇੱਕ ਸਮਾਂ ਸੀ। ਉਸ ਸਮੇਂ ਤਾਂ ਜਿਹੜੀ ਹੈਗੀ ਆ ਖਰੀਦ ਦੀ ਸ਼ੋਰਟੀ ਦਿੱਤੀ ਜਾਂਦੀ ਹੈ, ਤੇ ਉਸ ਸਮੇਂ ਇੱਕ ਸਮੁੱਚਾ ਪੰਜਾਬ ਸੀ, ਹਰਿਆਣਾ ਨਹੀਂ ਬਣਿਆ ਸੀ। ਤਾਂ ਉਸ ਸਮੇਂ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਉਹ ਆਪਣੀਆਂ ਜ਼ਮੀਨਾਂ ਉਜਾੜ ਕੇ, ਆਪਣੀ ਧਰਤੀ ਹੇਠਲੇ ਪਾਣੀ ਉਜਾੜ ਕੇ, ਪੈਸਟੀਸਾਈਡ ਦੀਆਂ ਜ਼ਹਿਰਾਂ ਜਿਹੜੀਆਂ ਹੈਗੀਆਂ ਉਸ ਮਿੱਟੀ ਦੇ ਵਿੱਚ ਘੋਲ ਕੇ ਇਸ ਦੇਸ਼ ਦੇ ਅੰਨ ਭੰਡਾਰ ਜਿਹੜੇ ਹੈਗੇ ਉਹ ਭਰੇ ਗਏ। ਤੇ ਜਦੋਂ ਦੇਸ਼ ਦੇ ਅੰਨ ਭੰਡਾਰ ਭਰੇ ਗਏ ਤਾਂ ਉਸ ਸਮੇਂ ਤੁਸੀਂ ਜਿਹੜਾ ਹੈਗਾ ਇੱਕ ਬਿੱਲ ਲੈ ਕੇ ਆਉਣੇ ਹੋ, ਖੇਤੀ ਕਾਨੂੰਨ ਲੈ ਕੇ ਆਉਣੇ ਹੋ, ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਕਾਨੂੰਨਾਂ ਉੱਪਰ ਕਿਸਾਨ ਸ਼ੰਕੇ ਪ੍ਰਗਟ ਕਰਦੇ ਨੇ, ਆਪਣੇ ਦਿਲ ਦਾ ਦਰਦ ਜਿਹੜਾ ਹੈਗਾ ਉਹ ਸੜਕਾਂ ਤੇ ਬਹਿ ਕੇ ਫਰੋਲਦੇ ਨੇ, ਤਾਂ ਤੁਸੀਂ ਉਹਨਾਂ ਨੂੰ ਇੱਕ ਵਿਚੋਲੀਏ ਦਾ ਨਾਮ ਦੇ ਦਿੰਦੇ ਹੋ। ਤਾਂ ਕੀ ਕਿਸਾਨ ਜਿਹੜਾ ਮਿਹਨਤ ਮੁਸ਼ੱਕਤ ਕਰਦਾ ਪਰਿਵਾਰ ਸਮੇਤ ਤੇ ਅੱਜ ਸੜਕਾਂ ਤੇ ਬੈਠਾ ਹੈਗਾ ਪਰਿਵਾਰ ਸਮੇਤ, ਇਸ ਮੁਲਕ ਨੂੰ ਰੋਟੀ ਖਵਾਉਣ ਵਾਲਾ ਕਿਸਾਨ, ਤੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦਾ ਤਾਂ ਉਹ ਜਿਹੜਾ ਹੈਗਾ ਉਹ ਵਿਚੋਲੀਆ ਹੋ ਜਾਂਦਾ ਹੈਗਾ। ਤੇ ਇਸ ਕਰਕੇ ਬੇਹੱਦ ਮੰਦਭਾਗਾ ਬਿਆਨ ਹੈ। ਤੇ ਬਾਕੀ ਜੇ ਵਿਚੋਲੀਏ ਪ੍ਰੋਟੈਸਟ ਕਰ ਰਹੇ ਨੇ ਤਾਂ ਕੇਂਦਰ ਸਰਕਾਰ ਨੇ 2 ਵਾਰ ਉਹਨਾਂ ਨੂੰ ਸੱਦਾ ਕਿਉਂ ਦਿੱਤਾ? ਤਾਂ ਕੀ ਕੇਂਦਰ ਸਰਕਾਰ ਵਿਚੋਲੀਆਂ ਨਾਲ ਗੱਲਬਾਤ ਕਰਨਾ ਚਾਹੁੰਦੀ ਸੀਗੀ? ਤਾਂ ਜੇ ਗੱਲਬਾਤ ਕਰਨ ਲਈ ਕਿਸਾਨਾਂ ਨਾਲ ਸੱਦਾ ਦਿੱਤਾ ਤਾਂ ਸਭ ਤੋਂ ਪਹਿਲਾਂ ਇਹ ਮੰਨੋ ਕਿ ਇਹ ਵਿਚੋਲੀਆਂ ਦਾ ਪ੍ਰੋਟੈਸਟ ਨਹੀਂ ਹੈਗਾ, ਇਹ ਕਿਸਾਨਾਂ ਦਾ ਪ੍ਰੋਟੈਸਟ ਹੈ। ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਬੈਠੇ ਨੇ, ਕਿਉਂਕਿ ਪੰਜਾਬ ਦੇ ਵਿੱਚ ਇੰਨੇ ਆੜ੍ਹਤੀਏ ਤਾਂ ਹੈ ਨਹੀਂ ਵੀ ਜਿੰਨੇ ਕਿਸਾਨ ਸੜਕਾਂ ਤੇ ਬੈਠੇ ਨੇ। ਆੜ੍ਹਤੀਆਂ ਦੀ ਗਿਣਤੀ ਤਾਂ ਹਜ਼ਾਰਾਂ 'ਚ ਹੈ ਨਾ, ਕਿਸਾਨਾਂ ਦੀ ਗਿਣਤੀ ਲੱਖਾਂ 'ਚ ਹੈ। ਤਾਂ ਉਹ ਲੱਖਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਹੈਗੇ ਉਹ ਸੜਕਾਂ ਤੇ ਬੈਠੇ ਨੇ, ਪੰਜਾਬ 'ਚ ਵੀ ਬੈਠੇ ਨੇ, ਹਰਿਆਣਾ 'ਚ ਵੀ ਬੈਠੇ ਨੇ। ਤਾਂ ਉਹਨਾਂ ਦੀ ਗੱਲ ਜਿਹੜੀ ਹੈਗੀ ਉਹ ਕੇਂਦਰ ਸਰਕਾਰ ਨੂੰ ਸੁਣਨੀ ਚਾਹੀਦੀ ਸੀਗੀ, ਉਹਨਾਂ ਦੀ ਗੱਲ ਤੇ ਗੌਰ ਫਰਮਾਉਣਾ ਚਾਹੀਦਾ ਸੀਗਾ। ਜਿਹੜੀਆਂ ਸੋਧਾਂ ਕਿਸਾਨ ਮੰਗ ਰਹੇ ਨੇ ਉਹ ਸੋਧਾਂ ਲਾਗੂ ਕਰਨੀਆਂ ਚਾਹੀਦੀਆਂ ਸੀ। ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਦੇ ਜਿਹੜੇ ਕੁਝ ਸ਼ੰਕੇ ਨੇ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕਿਸਾਨਾਂ ਨੂੰ ਦੂਜੀ ਚਿੱਠੀ ਪਾ ਕੇ ਦਿੱਲੀ ਸੱਦਿਆ ਗਿਆ ਤੇ ਉੱਥੇ ਕੋਈ ਕੈਬਨਿਟ ਵਜ਼ੀਰ ਜਿਹੜਾ ਹੈਗਾ ਉਹ ਮੀਟਿੰਗ 'ਚ ਪਹੁੰਚਦੇ ਨਹੀਂ, ਅਫਸਰਸ਼ਾਹੀ ਜਿਹੜੀ ਮੀਟਿੰਗ 'ਚ ਪਹੁੰਚ ਜਾਂਦੀ ਹੈ, ਤੇ ਇਹ ਬੜਾ ਮੰਦਭਾਗਾ ਗਾ। ਤੇ ਨੰਬਰ 2 ਤੇ ਕਿਸਾਨ ਤਾਂ ਇਹ ਆਸ ਰੱਖ ਰਹੇ ਸੀਗੇ ਕਿ ਜਿਹੜਾ ਮੌਜੂਦਾ ਵੀ ਮੰਡੀਕਰਨ ਸਿਸਟਮ ਆ ਜਿਹਨੂੰ ਬਚਾਉਣ ਦੇ ਲਈ ਕਿਸਾਨ ਲੜ ਰਹੇ ਨੇ ਸੜਕਾਂ ਦੇ ਉੱਪਰ, ਕਿ ਉਹਦੇ 'ਚ ਵੀ ਇੰਨੀਆਂ ਖਾਮੀਆਂ ਨੇ ਕਿ ਕਿਸਾਨ ਦੀ ਜਿਹੜੀ ਭਰਪਾਈ ਉਹ ਪੂਰੀ ਨਹੀਂ ਹੁੰਦੀ। ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਜਾ ਰਿਹਾ ਲਗਾਤਾਰ ਉਸ ਸਿਸਟਮ ਦੇ ਵਿੱਚ ਵੀ, ਤੇ ਕਿਸਾਨਾਂ ਦੇ ਜਿਹੜੇ ਖਰਚੇ ਉਹ ਜ਼ਿਆਦਾ ਨੇ, ਆਮਦਨ ਘੱਟ ਹੈ। ਛੋਟਾ ਕਿਸਾਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਨੂੜਿਆ ਪਿਆ ਹੈਗਾ ਕਰਜ਼ੇ ਦੇ ਵਿੱਚ,
ਤਾਂ ਉਹਨੂੰ ਜਾਂ ਤਾਂ ਰੱਸਾ ਜਾਂ ਸਲਫਾਸ ਦੀਆਂ ਗੋਲੀਆਂ ਤੇ ਜਾਂ ਪੈਸਟੀਸਾਈਡ ਸਪਰੇਅ ਦੀ ਸ਼ੀਸ਼ੀ ਜਿਹੜੀ ਹੈਗੀ ਉਹ ਨਜ਼ਰ ਆਉਂਦੀ ਹੈਗੀ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਦੀ, ਜੀ ਛੋਟੇ ਕਿਸਾਨਾਂ ਦੇ ਲਈ ਲਘੂ ਉਦਯੋਗ ਤੇ ਵੱਡੀਆਂ ਸਬਸਿਡੀਆਂ ਦਿੰਦੀ ਤਾਂ ਕਿ ਉਹ ਆਰਥਿਕ ਤੌਰ ਤੇ ਪੈਰਾਂ ਤੇ ਖੜੇ ਹੋ ਸਕਦੇ। ਪਰ ਸਰਕਾਰ ਜਿਹੜੇ ਰਾਹੀਂ ਚੱਲ ਪਈ ਹੈ ਉਸ ਤੋਂ ਇਹ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਲਿਆ ਕੇ ਜਿਹੜਾ ਹੈ ਪੰਜਾਬ ਦੇ ਵਿੱਚ, ਤੇ ਜਦੋਂ ਕਾਰਪੋਰੇਟ ਘਰਾਣੇ ਆਉਣਗੇ, ਬੇਸ਼ੱਕ ਸਰਕਾਰ ਕਹਿੰਦੀ ਹੈ MSP ਜਾਰੀ ਰਹੂਗੀ, ਪਰ ਜਦੋਂ ਕਾਰਪੋਰੇਟ ਘਰਾਣੇ ਆਉਣਗੇ ਤਾਂ ਸਰਕਾਰ ਹੱਥ ਪਿੱਛੇ ਖਿੱਚੇਗੀ, ਨਹੀਂ ਉਹਨਾਂ ਨੂੰ ਜਿਹੜਾ ਹੈਗਾ ਗਰਾਊਂਡ ਉਹ ਨਹੀਂ ਮਿਲਣਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਫ਼ ਹੈ ਕਿ ਕਿਸਾਨੀ ਜਿਹੜੀ ਹੈਗੀ ਉਹ ਆਪਣੀ ਲੜਾਈ ਲੜ ਰਹੀ ਹੈ। ਉਹਨਾਂ ਨੂੰ ਵਿਚੋਲੀਏ ਕਹਿਣਾ ਬੜੇ ਹੀ ਮੰਦਭਾਗੇ ਬਿਆਨ ਨੇ, ਖਾਸ ਕਰਕੇ ਕਿਸੇ ਪਾਰਟੀ ਦੇ ਪ੍ਰਧਾਨ ਵੱਲੋਂ ਐਸਾ ਕਿਹਾ ਜਾਣਾ ਤੇ ਪ੍ਰਧਾਨ ਮੰਤਰੀ ਵੱਲੋਂ ਬਿਹਾਰ ਦੀ ਰੈਲੀ ਦੇ ਵਿੱਚ ਐਸਾ ਕਿਹਾ ਜਾਣਾ, ਇਹ ਸਰਾਸਰ ਜਿਹੜਾ ਗਲਤ ਹੈਗਾ। ਤੇ ਇਸੇ ਦੌਰਾਨ ਹੀ ਇੱਕ ਹੋਰ ਬੜੀ ਹੀ ਘਟਨਾ ਵਾਪਰੀ ਜੋਬਨ ਜੀ, ਕਿ ਪੀਲੀਭੀਤ ਦੇ ਵਿੱਚ ਭਾਜਪਾ ਦੀ ਜਿਹੜੀ ਰੈਲੀ ਸੀ ਜੀ, ਤਾਂ ਉੱਥੇ ਇੱਕ ਕਿਸਾਨ ਨੇ ਪੁੱਛ ਲਿਆ ਕਿ ਹਾਂ ਬਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਵਿਚੋਲੀਏ ਕਹਿੰਦੇ ਹੋ, ਵੀ ਦੱਸੋ ਅਸੀਂ ਵਿਚੋਲੀਏ ਹਾਂ? ਜੀ ਬਿਲਕੁਲ। ਤਾਂ ਉੱਥੇ ਵੀ ਜਿਹੜਾ ਹੈਗਾ ਉਹ ਲੀਡਰ ਵੱਲੋਂ ਇਹੀ ਕਿਹਾ ਗਿਆ ਵੀ ਹਾਂ ਤੂੰ ਸਵਾਲ ਪੁੱਛਦਾ, ਤੂੰ ਵਿਚੋਲੀਆ। ਤਾਂ ਇਹਦਾ ਮਤਲਬ ਜਿਹੜਾ ਕਿਸਾਨ ਸਵਾਲ ਪੁੱਛਦਾਗਾ, ਜਿਹੜਾ ਕਿਸਾਨ ਆਪਣੇ ਹੱਕ ਹਕੂਕ ਦੀ ਗੱਲ ਕਰਦਾਗਾ, ਉਹ ਵਿਚੋਲੀਆ ਹੋ ਗਿਆ। ਤੇ ਇਸ ਕਰਕੇ ਇਹਨਾਂ ਸਵਾਲਾਂ ਤੇ ਜਿਹੜਾ ਹੈਗਾਗਾ ਭੱਜਣ ਦੀ ਥਾਂ ਤੇ ਸਰਕਾਰ, ਵਿਚੋਲੀਆਂ ਵਾਲੀ ਚੋਰ ਮੋਰੀ ਦੀ ਥਾਂ ਤੇ ਨਿਕਲਣ ਦੀ ਥਾਂ ਤੇ ਸਰਕਾਰ ਕਿਸਾਨ ਜਿਹੜੀਆਂ ਸੋਧਾ ਮੰਗ ਰਹੇ ਨੇ, ਜਿਹੜੇ ਮੰਗ ਰਹੇ ਕਿ ਤੁਸੀਂ ਬਿੱਲਾਂ ਦੇ ਵਿੱਚ ਲਿਖੋ ਕਿ MSP ਜਿਹੜੀ ਹੈਗੀ ਆ, MSP ਤੇ ਖਰੀਦ ਗਰੰਟੀ ਹੈ ਜਿਹੜੀ ਉਹ ਜਾਰੀ ਰਹੂਗੀ, ਕਿਉਂਕਿ MSP ਤੇ ਜਦੋਂ ਖਰੀਦ ਗਰੰਟੀ ਜਾਰੀ ਰਹੂਗੀ ਤਾਂ ਕਣਕ ਝੋਨਾ ਇਸੇ ਤਰ੍ਹਾਂ ਵਿਕਦਾ ਰਹੂਗਾ, ਮੌਜੂਦਾ ਵਿਵਸਥਾ ਜਾਰੀ ਰਹੂਗੀ। ਸੋਚਣ ਵਾਲੀ ਹੈ ਕਿ ਜੋ ਮੌਜੂਦਾ ਸਰਕਾਰ ਹੈ ਕੇਂਦਰ ਦੀ ਇਸ ਸਮੇਂ, ਉਸ ਦਾ ਰਵੱਈਆ ਕਾਫੀ ਅੜੀਅਲ ਨਜ਼ਰ ਆ ਰਿਹਾ ਹੈ ਕਿ ਜੋ ਕਿਸਾਨ ਕਹਿ ਰਹੇ ਹਨ ਕਿ ਸਾਨੂੰ ਨਹੀਂ ਲੋੜ ਇਹਨਾਂ ਬਿੱਲਾਂ ਦੀ, ਸਾਨੂੰ ਕਿਰਪਾ ਕਰਕੇ ਜੋ ਚੱਲ ਰਿਹਾ ਚੱਲਣ ਦਿਓ, ਇਹੋ ਜਿਹੇ ਕੰਮ ਨਾ ਕਰੋ। ਪਰ ਸਰਕਾਰ ਕਹਿ ਰਹੀ ਹੈ ਕਿ ਇਹ ਤੁਹਾਡੇ ਲਈ ਹਨ ਜਾਂ ਤੁਹਾਡੇ ਭਲੇ ਲਈ ਹਨ। ਕੁਝ ਸਮਝਿਆ ਨਹੀਂ ਆ ਰਿਹਾ ਕਿ ਸਰਕਾਰ ਸੁਣ ਨਹੀਂ ਰਹੀ, ਉਹ ਕਹਿ ਰਹੇ ਕਿ ਸਾਨੂੰ ਨਹੀਂ ਚਾਹੀਦੇ, ਕਿ ਜਿਹੜਾ ਰਵੱਈਆ ਹੈ ਜੋ ਅੜੀਅਲ ਰਵੱਈਆ ਹੈ ਕਿਤੇ ਨਾ ਕਿਤੇ ਚੰਗਾ ਲੱਗ ਨਹੀਂ ਰਿਹਾ ਸਰਕਾਰ ਦਾ, ਕਿ ਜੋ ਨਾ ਉਹਨੂੰ ਰਵੱਈਆ ਅਪਣਾਇਆ ਜਾ ਰਿਹਾ ਹੈ ਕਿ ਸੁਣਨੀ ਹੈ ਨਹੀਂ ਕਿਸੇ ਦੀ, ਤਾਂ ਆਪਣੀਆਂ ਜੋ ਪਗਾਉਣੀਆਂ ਹਨ, ਤਾਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਪਹਿਲੀ ਵਾਰੀ ਹੈ ਵੀ ਹਿਸਟਰੀ ਦੇ ਵਿੱਚ ਵੀ ਕੋਈ ਬੰਦਾ ਕਹਿੰਦਾ ਕਿ ਮੈਨੂੰ ਲਾਭ ਨਹੀਂ ਚਾਹੀਦਾ। ਜੀ ਬਿਲਕੁਲ। ਤੁਸੀਂ ਜਿਹੜੇ ਮੇਰੇ ਲਈ ਫਾਇਦੇ ਲੈ ਕੇ ਆਏ ਹੋ ਮੈਨੂੰ ਨਹੀਂ ਚਾਹੀਦੇ, ਪਰ ਸਰਕਾਰ ਉਹਨਾਂ ਦੇ ਪਿੱਛੇ ਭੱਜ ਰਹੀ ਹੈ ਕਿ ਨਹੀਂ ਤੇਰੇ ਫਾਇਦੇ ਵਾਸਤੇ ਅਸੀਂ ਤੈਨੂੰ ਦੇਣੇ ਹੀ ਦੇਣੇ ਆਗੇ। ਜਦੋਂ ਕਿਸਾਨਾਂ ਲਈ ਇਹ ਤੁਸੀਂ ਬਿੱਲ ਲੈ ਕੇ ਆਏ, ਜਦੋਂ ਕਿਸਾਨ ਕਹਿੰਦਾ ਕਿ ਸਾਨੂੰ ਵਿਚੋਲੀਆਂ ਤੋਂ ਨਿਜਾਤ ਜਿਹੜੀ ਹੈਗੀ ਉਹ ਨਹੀਂ ਚਾਹੀਦੀ, ਸਾਨੂੰ ਜਿਹੜੀ ਮੌਜੂਦਾ ਵਿਵਸਥਾ ਕੀ ਮੰਡੀਕਰਨ ਦੀ ਸਾਨੂੰ ਇਹੀ ਚਾਹੀਦੀ ਹੈਗੀ, ਪਰ ਇਸ ਦੇ ਬਾਵਜੂਦ ਜਦੋਂ ਸਰਕਾਰ ਜਿਹੜੀ ਹੈਗੀ ਇਹ ਕਾਨੂੰਨ ਲਿਆ ਰਹੀ ਆ ਤਾਂ ਉਹਦੇ 'ਚ 1-2 ਪੁਆਇੰਟ ਕਿਸਾਨਾਂ ਲਈ ਠੀਕ ਨੇ, ਪਰ ਉਹਦੇ 'ਚ ਕਿਸਾਨਾਂ ਨੂੰ 1-2 ਪੁਆਇੰਟ ਦਿਖਾ ਕੇ ਜਿਹੜਾ ਵੱਡਾ ਹੱਥ ਖੋਲਿਆ ਗਿਆ ਹੈਗਾ ਉਹ ਕਾਰਪੋਰੇਟ ਘਰਾਣਿਆਂ ਕੰਨੀ ਖੋਲਿਆ ਗਿਆ ਹੈਗਾ, ਉਹਨਾਂ ਦੇ ਜਿਹੜੇ ਘਰ ਭਰਨ ਦੇ ਲਈ ਖੋਲਿਆ ਗਿਆ ਹੈਗਾ। ਕਿਉਂਕਿ ਤੁਸੀਂ ਦੇਖੋ ਕਿ ਇੱਕ ਬੀਮਾ ਯੋਜਨਾ ਹੁੰਦੀ ਹੈ, ਫਸਲ ਬੀਮਾ ਯੋਜਨਾ ਵੀ ਕੇਂਦਰ ਸਰਕਾਰ ਦੀ, ਤਾਂ ਉਹ ਬੀਮਾ ਯੋਜਨਾ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਬੀਮੇ ਕੀਤੇ ਜਾਂਦੇ ਨੇ, ਪਰ ਜੇ ਆਪਾਂ ਉਹਦੀਆਂ ਰਿਪੋਰਟਾਂ ਤੇ ਹਿਸਾਬ ਮਾਰੀਏ ਤਾਂ ਉਹਨੂੰ ਵੀ ਭਾਜਪਾ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਮੀਲ ਪੱਥਰ ਗੱਡ ਤੇ, ਕਿਸਾਨ ਨੂੰ ਫਿਕਰ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ, ਕਿਸਾਨਾਂ ਦੀਆਂ ਫਸਲਾਂ ਦੇ ਬੀਮੇ ਕਰਤੇ, ਜਦੋਂ ਵੀ ਕਦੇ ਫਸਲ ਕਿਸਾਨ ਦੀ ਖਰਾਬ ਹੋਈ ਤਾਂ ਹੱਥੋਂ ਹੱਥ ਪੈਸੇ ਜਿਹੜੇ ਬਣ ਜਾਣੇ ਨੇ। ਪਰ ਉਹ ਬੀਮਾ ਯੋਜਨਾ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਇੰਨਾ ਫਾਇਦਾ ਹੋਇਆ ਕਿ ਅੰਬਾਨੀ ਗਰੁੱਪ ਨੂੰ 4000 ਕਰੋੜ ਤੋਂ ਉੱਪਰ ਦਾ ਫਾਇਦਾ ਹੋਇਆ ਉਸ ਯੋਜਨਾ ਦੇ ਵਿੱਚ। ਤਾਂ ਇਹੀ ਹਾਲ ਹੁਣ ਇਹ ਲੱਗ ਰਿਹਾ ਕਿ ਜਦੋਂ ਬੀਮਾ ਯੋਜਨਾ ਦੇ ਵਿੱਚ ਕਾਰਪੋਰੇਟ ਘਰਾਣੇ ਕਰੋੜਾਂ ਰੁਪਈਆ ਕਮਾਈ ਜਾਂਦੇ ਆ, ਤੇ ਜਦੋਂ ਖੇਤੀ ਕਾਨੂੰਨ ਲਿਆ ਕੇ ਅਸੀਂ ਪੂਰੀ ਦੀ ਪੂਰੀ ਵਿਵਸਥਾ ਉਹਨਾਂ ਦੇ ਹੱਥਾਂ ਦੇ ਵਿੱਚ ਦੇਤੀ, ਕਿਉਂਕਿ ਅਸੀਂ ਪਹਿਲਾਂ ਨਰਮੇ ਦਾ ਸਿਸਟਮ ਦੇਖ ਚੁੱਕੇ ਹਾਂ ਕਿ ਨਰਮੇ ਦੀ MSP ਜਿਹੜੀ ਹੈਗੀ ਉਹ ਕਿਸਾਨਾਂ ਨੂੰ ਨਹੀਂ ਮਿਲ ਰਹੀ, ਕਿਉਂਕਿ ਭਾਰਤੀ ਕਪਾਹ ਨਿਗਮ ਜਿਹੜਾ ਹੈਗਾ ਆਪਣੀ ਖਰੀਦ ਨਹੀਂ ਖੋਲਦਾ, ਟੋਟਲ ਪ੍ਰਾਈਵੇਟ ਪਲੇਅਰ ਦੇ ਹੱਥ ਗੇਮ ਆ ਗਈ। ਇਸ ਤੋਂ ਇਲਾਵਾ ਮੱਕੀ ਦੇ ਵਿੱਚ ਖੁਰਾਕ ਜਿਹੜੀ ਹੈਗੀ ਭਾਰਤੀ ਖੁਰਾਕ ਨਿਗਮ ਵੱਲੋਂ ਖਰੀਦ ਨਹੀਂ ਕੀਤੀ ਜਾਂਦੀ, ਟੋਟਲ ਗੇਮ ਪ੍ਰਾਈਵੇਟ ਪਲੇਅਰ ਦੇ ਹੱਥ ਆ ਗਈ। ਬਿਹਾਰ ਦੇ ਵਿੱਚ ਤੁਸੀਂ ਇਹ ਵਿਵਸਥਾ APMC ਐਕਟ ਬਹੁਤ ਸਾਲ ਪਹਿਲਾਂ ਰੱਦ ਕਰ ਚੁੱਕੇ ਹੋ, ਤਾਂ ਉੱਥੇ MSP ਦੇ ਉੱਪਰ ਖਰੀਦ ਨਹੀਂ ਹੋ ਰਹੀ। ਤਾਂ ਜਦੋਂ ਪੰਜਾਬ ਹਰਿਆਣਾ ਜਿਹੜਾ ਸੈਂਟਰਲ ਪੂਲ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ, ਜਾਂ ਐਂ ਕਹਿ ਲਓ ਕਿ ਸੈਂਟਰਲ ਪੂਲ ਜਾਉਂਦਾ ਹੀ ਜਿਹੜਾ ਪੰਜਾਬ ਹਰਿਆਣਾ ਦੇ ਸਿਰ ਤੇ ਆ, ਤਾਂ ਉਹਨਾਂ ਸੂਬਿਆਂ ਦੇ ਵਿੱਚ ਜਦੋਂ ਤੁਸੀਂ ਇਹ ਵਿਵਸਥਾ ਕਾਨੂੰਨ ਬਣਾ ਕੇ ਲਿਆ ਰਹੇ ਹੋ, ਕਿਉਂਕਿ ਬੇਸ਼ੱਕ ਪੂਰੇ ਭਾਰਤ 'ਚ ਆ ਰਹੀ ਹੈ ਵਿਵਸਥਾ, ਪਰ ਜਿਹੜੇ 6% ਕਿਸਾਨ ਵੈਸਟਰਨ UP ਹਰਿਆਣਾ ਤੇ ਪੰਜਾਬ ਦੇ ਜਿਨ੍ਹਾਂ ਨੂੰ MSP ਤੇ ਖਰੀਦ ਸ਼ੋਰਟੀ ਮਿਲਦੀ ਸੀ, ਉਹਨਾਂ ਦੇ ਲਈ ਇਹ ਖਤਰਨਾਕ ਹੈ। ਤੇ ਇਸ ਕਰਕੇ ਹੁਣ ਵਿਚੋਲੇ ਵਾਲੇ ਰਾਹਾਂ ਨੂੰ ਛੱਡ ਕੇ ਭਾਜਪਾ ਸਰਕਾਰ ਜਿਹੜੀ ਹੈਗੀ ਹੈ ਉਹ ਕਿਸਾਨਾਂ ਦੀ ਗੱਲ ਸੁਣੇ, ਕਿਸਾਨਾਂ ਨੂੰ ਟੇਬਲ ਟਾਕ ਤੇ ਬਿਠਾਵੇ, ਉਹਨਾਂ ਦੇ ਮੁਤਾਬਕ ਸੌਦਾ ਕਰੇ, ਕਿਉਂਕਿ ਜੇ ਕਿਸਾਨ ਪੱਖੀ ਵੇਲਣੇ ਤਾਂ ਇੱਕ ਲਾਈਨ ਜਿਹੜੀ ਪਾ ਦੇਣੀ ਚਾਹੀਦੀ ਹੈ ਕਿ MSP ਤੇ ਖਰੀਦ ਸ਼ੋਰਟੀ ਜਿਹੜੀ ਹੈਗੀ ਹੈ, ਜਿਹੜੀਆਂ 23 ਫਸਲਾਂ ਤੇ ਕੇਂਦਰ ਸਰਕਾਰ MSP ਨਿਰਧਾਰਿਤ ਕਰਦੀ ਹੈਗੀ, ਉਹਨਾਂ ਤੇ ਖਰੀਦ ਸ਼ੋਰਟੀ ਜਾਰੀ ਰਹੂਗੀ, ਤਾਂ ਕਿਸਾਨ ਧਰਨੇ ਚੱਕ ਲੈਣਗੇ, ਤਾਂ ਵਿਚੋਲੀਏ ਕਹਿਣ ਦੀ ਜ਼ਰੂਰਤ ਵੀ ਨਹੀਂ ਤੇ ਕਿਸਾਨ ਪੱਖੀ ਹੋਣ ਦਾ ਪ੍ਰੂਫ ਵੀ ਮਿਲ ਜੂਗਾ। ਪਰ ਸਿਰਫ ਕਹਿਣਾ ਵਿਖਾਉਣਾ ਕਿਸਾਨ ਪੱਖੀ, ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਉਣ ਦੇ ਹੋਰ ਨੇ।
ਇਹਦੇ 'ਚ ਇਹ ਹੈ ਕਿ ਥੋੜਾ ਕਿਸਾਨਾਂ ਨੂੰ ਲਾਭ ਦਿਖਾ ਕੇ ਜ਼ਿਆਦਾ ਹਿੱਸਾ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਗਿਆ ਤੇ ਬਿਆਨ ਜਿਹੜੇ ਨੇ ਉਹ ਬੜੇ ਹੀ ਮੰਦਭਾਗੇ ਨੇ। ਜੀ ਅਜੀਬ ਜੀ ਬੜੀ ਹਾਨੀਜਨਕ ਗੱਲ ਹੈ ਕਿ ਜੋ ਕਿਸਾਨ ਕਹਿ ਰਹੇ ਹਨ ਕਿ ਸਾਡੀ ਗੱਲ ਸੁਣੀ ਜਾਵੇ। ਇੱਕ ਕੋਈ ਜ਼ਿਆਦਾ ਮੰਗ ਵੀ ਨਹੀਂ ਹੈ, ਇਹੀ ਮੰਗ ਹੈ ਕਿ ਕਿਸਾਨ ਨੂੰ ਕਿ ਇਹੀ ਲਿਖ ਦਿੱਤਾ ਜਾਵੇ ਕਿ ਜਿਹੜੀ ਸਿਕਿਉਰਿਟੀ ਕੀ ਜੋ ਫਸਲ ਖਰੀਦੀ ਜਾਵੇਗੀ ਉਸਨੂੰ ਲਿਖਿਆ ਜਾਵੇ। ਪਰ ਸਰਕਾਰ ਜੋ ਹੈ ਟਸ ਤੋਂ ਮਸ ਨਹੀਂ ਹੋ ਰਹੀ। ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਧਰਨੇ ਕਰ ਰਹੇ ਹਨ ਉਹ ਵਿਚੋਲੇ ਹਨ, ਉਹ ਕਿਸਾਨ ਨਹੀਂ ਹਨ ਜਾਂ ਵਿਰੋਧੀ ਪਾਰਟੀਆਂ ਹਨ। ਸੱਚੀ ਬੜੀ ਹਾਨੀ ਵਾਲੀ ਗੱਲ ਹੈ ਕਿ ਜੋ ਵਰਤਾਰਾ ਇਸ ਸਮੇਂ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਸਰਕਾਰ ਦਾ ਕੋਈ ਦਿਲ ਨਹੀਂ ਪਸੀਜ ਰਿਹਾ। ਤਾਂ ਹੁਣ ਦੇਖਦੇ ਹਾਂ ਕਿ ਸਰਕਾਰ ਇੱਥੇ ਅੱਗੇ ਕੀ ਕਰਦੀ ਹੈ।